ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਨਗਰ, ਜਿਸ ਦਾ ਪਹਿਲਾ ਨਾਮ ਗੁਰੂ ਕਾ ਚੱਕ ਰੱਖਿਆ ਗਿਆ, ਇਸ ਨਗਰ ਦੀ ਮੋਹੜੀ ਗੱਡੀ ਗਈ, ਇਸ ਨੂੰ ਆਬਾਦ ਕੀਤਾ ਗਿਆ। ਵੱਖੋ ਵੱਖਰੇ ਸਤਿਗੁਰੂ ਪਾਤਸ਼ਾਹ ਨੇ ਦੂਰੋਂ ਦੂਰੋਂ ਕਾਰੀਗਰ ਮੰਗਾ ਕਰਕੇ ਇਮਾਰਤਾਂ ਜਿਹੜੀਆਂ ਬਣਾਉਣੀਆਂ ਸ਼ੁਰੂ ਕੀਤੀਆਂ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਆਪ ਬੈਠ ਕਰਕੇ ਨਿਗਰਾਨੀ ਵਿੱਚ ਸਾਰੀ ਸੇਵਾ ਕਰਵਾਉਂਦੇ ਨੇ। ਧੰਨ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ, ਭਾਈ ਗੁਰਦਾਸ ਜੀ ਆਦਿਕ ਬੇਅੰਤ ਸੰਗਤਾਂ ਜਿੱਥੇ ਸੇਵਾ ਵਿੱਚ ਆਪਣਾ ਹਿੱਸਾ ਯੋਗਦਾਨ ਪਾਉਂਦੀਆਂ, ਉੱਥੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਤਿੰਨੇ ਸਾਹਿਬਜ਼ਾਦੇ ਵੀ ਇਸ ਸੇਵਾ ਵਿੱਚ ਹਾਜ਼ਰ ਹੁੰਦੇ ਨੇ। ਵੱਡੇ ਬਾਬਾ ਪਿਰਥੀ ਚੰਦ ਜੀ, ਉਹਨਾਂ ਤੋਂ ਛੋਟੇ ਬਾਬਾ ਮਹਾਦੇਵ ਸਾਹਿਬ ਜੀ ਅਤੇ ਤੀਸਰੇ ਪੰਚਮ ਗੁਰਦੇਵ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਸੇਵਾ ਤਿੰਨੇ ਸਾਹਿਬਜ਼ਾਦੇ ਕਰਦੇ ਨੇ। ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਮੁਖਾਰ ਵਿੰਦ ਮੁਖੜੇ ਤੋਂ ਬਚਨ ਜਿਹੜੇ, ਇਹ ਵੀ ਤਿੰਨੇ ਸਾਹਿਬਜ਼ਾਦੇ ਸੁਣਦੇ ਨੇ। ਪਰੰਤੂ ਜਿਹੜੀ ਇਹ ਬਖਸ਼ਿਸ਼ ਹੈ ਗੁਰਤਾ ਗੱਦੀ ਦੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਕਸਵੱਟੀਆਂ ਲਾਈਆਂ। ਉੱਥੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਨੂੰ ਇੱਕ ਪਾਸੇ ਕਰਕੇ ਸੇਵਕ ਭਾਈ ਲਹਿਣਾ ਜੀ ਨੂੰ ਨਿਵਾਜ ਦਿੱਤਾ ਤੇ ਅੰਗਾਂ ਦੇ ਨਾਲ ਲਾ ਕੇ ਅੰਗਦ ਸਾਹਿਬ ਬਣਾ ਦਿੱਤਾ। ਦੂਸਰੇ ਪਾਤਸ਼ਾਹ ਸਤਿਗੁਰਾਂ ਨੇ ਜਿਸ ਵੇਲੇ ਇਹ ਬਖਸ਼ਿਸ਼ਾਂ ਕਰਨੀਆਂ ਸਨ, ਆਪਣੇ ਸਾਹਿਬਜ਼ਾਦੇ ਬਾਬਾ ਦਾਤੂ ਤੇ ਦਾਸੂ ਜੀ ਨੂੰ ਤਿਆਗ ਕਰਕੇ ਬਾਬਾ ਅਮਰਦਾਸ ਸਾਹਿਬ ਨੂੰ ਨਿਵਾਜਿਆ, ਗੁਰੂ ਅਮਰਦਾਸ ਸਾਹਿਬ ਜੀ ਕਰ ਦਿੱਤਾ। ਤੀਸਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਨੇ ਫਿਰ ਸੇਵਾ ਭਾਵਨਾ ਵੇਖ ਕਰਕੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਝੋਲੀ ਵਿੱਚ ਬਖਸ਼ਿਸ਼ਾਂ ਪਾ ਦਿੱਤੀਆਂ। ਕਹਿਣ ਤੋਂ ਭਾਵ ਕਿ ਗੁਰਤਾ ਗੱਦੀ ਦੀ ਬਖਸ਼ਿਸ਼ ਕਰਨ ਤੋਂ ਪਹਿਲਾਂ ਇਹ ਕਸਵੱਟੀਆਂ ਗੁਰੂ ਨਾਨਕ ਸਾਹਿਬ ਜੀ ਨੇ ਲਾਉਣੀਆਂ ਸ਼ੁਰੂ ਕੀਤੀਆਂ। ਤਿੰਨੇ ਸਾਹਿਬਜ਼ਾਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਇੱਕੋ ਵਿਹੜੇ ਵਿੱਚ ਖੇਡਦੇ ਰਹੇ। ਇੱਕੋ ਹੀ ਗੁਰੂ ਕੇ ਮਹਿਲਾਂ ਦੇ ਵਿਹੜੇ ਵਿੱਚ ਬੈਠ ਕੇ ਸਤਿਗੁਰਾਂ ਦੇ ਬਚਨ ਸੁਣਦੇ, ਪਿਤਾ ਸਤਿਗੁਰੂ ਦੇ ਦਰਸ਼ਨ ਕਰਦੇ ਨੇ। ਤੇ ਅੱਜ ਉਹ ਜਿਹੜਾ ਵਕਤ ਸਮਾਂ ਆ ਗਿਆ ਗੁਰਤਾ ਗੱਦੀ ਬਖਸ਼ਿਸ਼ ਕਰਨ ਦਾ, ਫਿਰ ਇੱਥੇ ਸਤਿਗੁਰਾਂ ਨੇ ਇੱਕ ਕਸਵੱਟੀ ਲਾ ਦਿੱਤੀ। ਪਰਖ ਕਰਨੀ ਚਾਹੀ ਕਿ ਕਿਹੜਾ ਸਾਹਿਬਜ਼ਾਦਾ ਤਿੰਨਾਂ ਦੇ ਵਿੱਚੋਂ ਉੱਤਰਾਧਿਕਾਰੀ ਹੋਵੇਗਾ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਤਾਇਆ ਸੰਹਾਰੀ ਮੱਲ ਜੀ ਲਾਹੌਰ ਤੋਂ ਚੱਲ ਕੇ ਆਏ ਨੇ। ਸਤਿਗੁਰਾਂ ਨੂੰ ਬੇਨਤੀ ਕੀਤੀ, ਮੇਰੇ ਪੁੱਤਰ ਦੀ ਸ਼ਾਦੀ ਹੈ। ਇਸ ਤਰ੍ਹਾਂ ਦੇ ਸ਼ਾਦੀਆਂ ਦੇ ਸਮਾਗਮ ਜਦੋਂ ਆਪ ਜੀ ਦੇ ਮੁਬਾਰਕਬਾਦ ਚਰਨ ਪੈ ਜਾਣਗੇ, ਸਾਡੀਆਂ ਖੁਸ਼ੀਆਂ ਵਿੱਚ ਅਤਿਅੰਤ ਵਾਧਾ ਹੋਵੇਗਾ। ਗੁਰੂ ਨਾਨਕ ਦੇ ਦਰ ਦੀ ਆਸ਼ੀਰਵਾਦ ਆਪ ਜੀ ਦੇ ਰਾਹੀਂ ਆ ਜਾਵੇਗੀ। ਕਿਰਪਾ ਕਰੋ, ਸ਼ਾਦੀ ਵਿੱਚ ਸ਼ਾਮਲ ਹੋਵੋ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਤਾਇਆ ਜੀ ਜ਼ਰੂਰ ਪਹੁੰਚਦੇ ਸ਼ਾਦੀ ਦੇ ਸਮਾਗਮ ਦੇ ਵਿੱਚ, ਪਰੰਤੂ ਗੁਰੂ ਨਾਨਕ ਸਾਹਿਬ ਜੀ ਦੀਆਂ ਸੰਗਤਾਂ ਦੇ ਨਾਲ ਮਿਲ ਕੇ ਨਗਰ ਦੀ ਉਸਾਰੀ ਕਰਵਾ ਰਹੇ ਹਾਂ। ਬੇਅੰਤ ਸੰਗਤਾਂ ਇਸ ਇਲਾਕੇ ਵਿੱਚੋਂ ਦੂਰ ਦਰਾਡਿਓਂ ਆ ਕੇ ਸੇਵਾ ਵਿੱਚ ਹਾਜ਼ਰ ਹੋਈਆਂ ਨੇ। ਇਹ ਸਾਰੀਆਂ ਜਿਹੜੀਆਂ ਸੰਗਤਾਂ ਨੇ ਇਹ ਵੀ ਫਿਰ ਨਾਲ ਹੀ ਜਾਣਗੀਆਂ, ਤੁਹਾਨੂੰ ਬਹੁਤੀ ਖੇਚਲਾ ਕਰਨੀ ਪਵੇਗੀ। ਬਾਕੀ ਹੋਰ ਜਿਵੇਂ ਜਿਵੇਂ ਸੰਗਤਾਂ ਨੂੰ ਉੱਥੇ ਲਾਹੌਰ ਜਾਣ ਦਾ ਪਤਾ ਲੱਗੇਗਾ, ਉੱਥੇ ਆਉਣੀਆਂ ਸ਼ੁਰੂ ਹੋ ਜਾਣਗੀਆਂ। ਤੁਹਾਡੀ ਬਹੁਤੀ ਖੇਚਲ ਹੋਵੇਗੀ, ਇਸ ਲਈ ਕਿਉਂ ਨਾ ਹੋਵੇ
ਆਪਣੀ ਜਗ੍ਹਾ ਤੇ ਅਸੀਂ ਵੱਡੇ ਪੁੱਤਰ ਪਿਰਥੀ ਚੰਦ ਜੀ ਨੂੰ ਭੇਜ ਦਿੰਦੇ ਹਾਂ। ਤਾਇਆ ਸੰਹਾਰੀ ਮੱਲ ਜੀ ਹੱਥ ਜੋੜ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਖੜ ਕੇ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ, ਜਿਵੇਂ ਆਪ ਜੀ ਦੀ ਖੁਸ਼ੀ ਹੈ, ਤੁਹਾਡੇ ਬਚਨਾਂ ਦੇ ਨਾਲ ਹੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਸਾਹਿਬਜ਼ਾਦਿਆਂ ਨੂੰ ਆਪਣੇ ਵੱਲੋਂ ਭੇਜ ਦੇਵੋ। ਪਿਰਥੀ ਚੰਦ ਜੀ ਵੱਡੇ ਸਾਹਿਬਜ਼ਾਦਿਆਂ ਨੂੰ ਸਤਿਗੁਰਾਂ ਨੇ ਕੋਲ ਬੁਲਾਇਆ। ਸਤਿਗੁਰੂ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ, ਪਿਰਥੀ ਚੰਦ, ਸਾਡੇ ਤਾਇਆ ਜੀ ਦੇ ਪੁੱਤਰ ਦੀ ਸ਼ਾਦੀ ਹੈ ਲਾਹੌਰ ਵਿੱਚ, ਤੇ ਸਮਾਂ ਕੱਢ ਕਰਕੇ ਤੁਸੀਂ ਉਹ ਸ਼ਾਦੀ ਤੇ ਸਾਡੇ ਵੱਲੋਂ ਹਾਜ਼ਰੀ ਲਗਵਾਓ। ਜਦੋਂ ਇਹ ਬਚਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਾਬਾ ਪਿਰਥੀ ਚੰਦ ਜੀ ਨੇ ਸੁਣੇ, ਇਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਜੇ ਸਤਿਗੁਰੂ ਪਾਤਸ਼ਾਹ ਤੋਂ ਮੈਂ ਦੂਰ ਚਲਿਆ ਗਿਆ, ਹੋ ਸਕਦਾ ਕਿ ਇਹ ਜਿਹੜੀ ਗੁਰਤਾ ਗੱਦੀ ਦੀ ਬਖਸ਼ਿਸ਼ ਹੈ ਇਹ ਗੁਰੂ ਅਰਜਨ ਦੇਵ ਸਾਹਿਬ ਨੂੰ ਨਾ ਕਰ ਦੇਣ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਚਨਾਂ ਨੂੰ ਸਤ ਬਚਨ ਕਰਕੇ ਮੰਨਣ ਵਾਲੇ ਹਨ। ਤੇ ਪਤਾ ਸੀ ਪਿਰਥੀ ਚੰਦ ਜੀ ਨੂੰ ਕਿ ਜੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਬਚਦੀ ਉਮਰਾ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਖਸ਼ੀ ਹੈ, ਉਹ ਸਾਲ ਵੀ ਪੂਰੇ ਹੋਣ ਵਾਲੇ ਨੇ। ਮੈਨੂੰ ਕਿਤੇ ਦੂਰ ਕਰਕੇ ਛੋਟੇ ਭਰਾ ਅਰਜਨ ਸਾਹਿਬ ਨੂੰ ਕਿਤੇ ਗੁਰੂ ਨਾ ਬਣਾ ਦੇਣ, ਇਹ ਮਨ ਦੇ ਵਿੱਚ ਕਪਟ ਹੈ। ਬਹਾਨਾ ਕੀ ਮਾਰਿਆ, ਕਹਿਣ ਲੱਗਿਆ, ਪਿਤਾ ਜੀ ਮੈਂ ਜ਼ਰੂਰ ਚਲਿਆ ਜਾਂਦਾ, ਤੇ ਪਰੰਤੂ ਜਿਹੜੀਆਂ ਇਹ ਸੰਗਤਾਂ ਆਉਂਦੀਆਂ ਨੇ ਤੇ ਤੁਸੀਂ ਤੇ ਕੋਈ ਗਿਣਤੀ ਮਿਣਤੀ ਨਹੀਂ ਕਰਦੇ, ਲੈਣ ਦੇਣ ਦਾ ਹਿਸਾਬ ਕਿਤਾਬ ਇਹ ਮੇਰੇ ਕੋਲ ਹੈ, ਹਿਸਾਬ ਦੇ ਵਿੱਚ ਫਰਕ ਪੈ ਜਾਵੇਗਾ, ਇਸ ਲਈ ਮੈਂ ਇਹ ਸੇਵਾ ਨੂੰ ਛੱਡ ਕਰਕੇ ਜਾਣਾ ਨਹੀਂ ਚਾਹੁੰਦਾ। ਸਤਿਗੁਰੂ ਪਾਤਸ਼ਾਹ ਨੇ ਫਿਰ ਕਿਹਾ ਪਿਰਥੀ ਚੰਦ ਦੇ ਤਾਈ ਕਿ ਜ਼ਰੂਰ ਜਾਣਾ ਕਰੋ, ਇਹ ਗੁਰੂ ਨਾਨਕ ਸਾਹਿਬ ਦੇ ਕਾਰਜ ਨੇ, ਸਤਿਗੁਰੂ ਨੇ ਆਪ ਹੀ ਕਰਵਾ ਲੈਣੇ ਨੇ, ਤੁਸੀਂ ਹਿਸਾਬ ਕਿਤਾਬ ਦੀ ਕੋਈ ਚਿੰਤਾ ਨਾ ਕਰੋ। ਤਾਂ ਕਹਿਣ ਲੱਗਿਆ ਕਿ ਦੇਖੋ ਜੀ, ਭਾਦਰੋਂ ਦੇ ਮਹੀਨੇ ਜੇਠ ਦੀਆਂ ਲੋਆਂ ਵਗਦੀਆਂ ਨੇ, ਤੇ ਇੰਨੀ ਗਰਮੀ ਵਿੱਚ ਕਿਵੇਂ ਉੱਥੇ ਜਾਣਾ ਬਣਦਾ ਹੈ। ਸਤਿਗੁਰੂ ਪਾਤਸ਼ਾਹ ਨੇ ਫਿਰ ਕਿਹਾ, ਤੇ ਤੀਸਰੀ ਵਾਰੀ ਇਹਨੇ ਪਿਰਥੀ ਚੰਦ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਆਪ ਜੀ ਨੂੰ ਕੀ ਪਤਾ ਹੈ। ਤਿੰਨ ਬਚਨ ਜਦੋਂ ਠੁਕਰਾ ਦਿੱਤੇ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਦੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਮਨ ਵਿੱਚ ਵਿਚਾਰ ਕੀਤੀ ਕਿ ਜਿਹੜਾ ਪਿਰਥੀ ਚੰਦ ਅੱਜ ਸੂਰਜ ਦੀਆਂ ਐਸੀਆਂ ਧੁੱਪਾਂ ਤੋਂ ਡਰਦਾ, ਗਰਮ ਲੋਆਂ ਤੋਂ ਡਰਦਾ ਲਾਹੌਰ ਤੱਕ ਨਹੀਂ ਜਾ ਸਕਦਾ, ਕੱਲ ਨੂੰ ਤੱਤੀਆਂ ਤਵੀਆਂ ਤੇ ਕਿਵੇਂ ਬੈਠ ਜਾਵੇਗਾ, ਕੱਲ ਨੂੰ ਦੇਗ ਦੇ ਵਿੱਚ ਉਬਾਲੇ ਕਿਵੇਂ ਖਾ ਲਵੇਗਾ ਬੈਠ ਕਰਕੇ, ਇਸ ਲਈ ਪਿਰਥੀ ਚੰਦ ਦੇ ਯੋਗ ਨਹੀਂ ਹੈ। ਦੂਸਰੇ ਸਾਹਿਬਜ਼ਾਦੇ ਬਾਬਾ ਮਹਾਦੇਵ ਜੀ ਨੂੰ ਕੋਲ ਸਤਿਗੁਰਾਂ ਨੇ ਬੁਲਾਇਆ, ਕਹਿਣ ਲੱਗੇ, ਪੁੱਤਰ, ਤੇਰਾ ਵੱਡਾ ਭਰਾ ਪਿਰਥੀ ਚੰਦ ਤੇ ਜਵਾਬ ਦੇ ਗਿਆ, ਸਾਡਾ ਬਚਨ ਮੰਨ ਕਰਕੇ ਤੁਸੀਂ ਸੰਹਾਰੀ ਮੱਲ ਤਾਇਆ ਜੀ ਦੇ ਪੁੱਤਰ ਦੀ ਸ਼ਾਦੀ ਤੇ ਲਾਹੌਰ ਜਾਓ। ਬਾਬਾ ਮਹਾਦੇਵ ਸਾਹਿਬ ਜੀ ਐਸੀ ਸਮਾਨ ਬਿਰਤੀ ਦੇ ਮਾਲਕ, ਕਹਿਣ ਲੱਗੇ, ਪਿਤਾ ਸਤਿਗੁਰੂ ਪਾਤਸ਼ਾਹ, ਨਾ ਸ਼ਾਦੀ ਕਰਵਾਈਏ, ਨਾ ਸ਼ਾਦੀ ਤੇ ਜਾਈਏ, ਨਾ ਕਿਸੇ ਨਾਲ ਲੈਣ ਤੇ ਨਾ ਕਿਸੇ ਨਾਲ ਦੇਣ ਕਰੀਏ, ਕੀ ਲੈਣਾ ਝੰਜਟਾਂ ਵਿੱਚ ਝਮੇਲਿਆਂ ਵਿੱਚ ਪੈ ਕਰਕੇ, ਨਿਰਵਿਰਤੀ ਦੇ ਵਿੱਚ ਹੀ ਜਿਹੜਾ ਸੁੱਖ ਹੈ। ਜਦੋਂ ਇਹ ਬਚਨ ਸਤਿਗੁਰੂ ਪਾਤਸ਼ਾਹ ਨੇ ਸੁਣੇ ਹਨ ਕਿ ਬਾਬਾ ਮਹਾਦੇਵ ਜੀ ਇਹ ਵੀ ਜਾਣ ਵਾਸਤੇ ਤਿਆਰ ਨਹੀਂ, ਫਿਰ ਨਜ਼ਰ ਮਾਰੀ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੱਲ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਅਰਜਨ ਸਾਹਿਬ, ਤੇ ਤੁਸੀਂ ਜਾਣਾ ਕਰੋ ਸਾਡਾ ਬਚਨ ਮੰਨ ਕਰਕੇ। ਗਲ ਵਿੱਚ ਪੱਲਾ ਪਾ ਕਰਕੇ ਨਿਮਰਤਾ ਨਾਲ ਸਤਿਗੁਰਾਂ ਦੇ ਚਰਨਾਂ ਤੇ ਪਹਿਲਾਂ ਮੱਥਾ ਟੇਕਿਆ, ਫਿਰ ਕਹਿ ਦਿੱਤਾ ਕਿ ਸਤ ਬਚਨ ਪਿਤਾ ਜੀ, ਤੁਸੀਂ ਇਸ ਤਰ੍ਹਾਂ ਦੀਆਂ ਖੁਸ਼ੀਆਂ ਦੇ ਸਮਾਗਮਾਂ ਤੇ ਭੇਜ ਰਹੇ ਹੋ ਤੇ ਤੁਹਾਡੀਆਂ ਅਤਿਅੰਤ ਖੁਸ਼ੀਆਂ ਨੇ। ਜੇ ਕਿਤੇ ਦੁਖਦਾਈ ਸਮੇਂ ਦੇ ਵਿੱਚ ਵੀ ਜਿੱਥੋਂ ਮਨੁੱਖ ਜਾਨ ਕਰਕੇ ਜੀਵਤ ਵਾਪਸ ਨਾ ਆਵੇ, ਉੱਥੇ ਹੁਕਮ ਲਾ ਦੇਵੋ ਤੇ ਉੱਥੇ ਵੀ ਜਾਵਾਂਗੇ।
ਸਤਿਗੁਰੂ ਪਾਤਸ਼ਾਹ ਦੇ ਬਚਨ ਗੁਰੂ ਰਾਮਦਾਸ ਸਾਹਿਬ ਜੀ ਦੇ ਸੁਣ ਕਰਕੇ ਤਿਆਰੀਆਂ ਕਰ ਲਈਆਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਜਦੋਂ ਲਾਹੌਰ ਦੇ ਵੱਲ ਨੂੰ ਚੱਲਣ ਲੱਗੇ ਨੇ, ਸਤਿਗੁਰੂ ਪਾਤਸ਼ਾਹ ਤੋਂ ਪਿਤਾ ਜੀ ਤੋਂ ਆਸ਼ੀਰਵਾਦ ਲਈ ਇੱਕ ਬਚਨ ਕੀਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਜਾਣ ਲੱਗਿਆਂ ਨੂੰ ਕਿ ਅਰਜਨ ਜੀ, ਇੱਕ ਸਾਡਾ ਬਚਨ ਯਾਦ ਰੱਖਿਓ, ਜਿੰਨੀ ਦੇਰ ਤੁਹਾਨੂੰ ਅਸੀਂ ਆਪ ਵਾਪਸ ਨਹੀਂ ਬੁਲਾਵਾਂਗੇ ਓਨੀ ਦੇਰ ਲਾਹੌਰ ਤੋਂ ਵਾਪਸ ਨਹੀਂ ਆਉਣਾ। ਸਤਿਗੁਰੂ ਨੇ ਇਹ ਬਚਨ ਕਹਿ ਦਿੱਤੇ। ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਹਿਰਦੇ ਵਿੱਚ ਬਚਨ ਵਸਾ ਲਿਆ। ਫਿਰ ਮਾਤਾ ਬੀਬੀ ਭਾਨੀ ਜੀ ਦੇ ਕੋਲ ਗਏ ਆਸ਼ੀਰਵਾਦ ਲੈਣ ਵਾਸਤੇ। ਬੀਬੀ ਭਾਨੀ ਜੀ ਤੁਰਨ ਲੱਗਿਆਂ ਗੁਰੂ ਅਰਜਨ ਸਾਹਿਬ ਜੀਆਂ ਨੂੰ ਬਚਨ ਕਹਿ ਰਹੇ ਨੇ। ਪਿਰਥੀ ਚੰਦ ਜੀ ਵੀ ਖੁਸ਼ੀ ਨਹੀਂ ਲੈ ਸਕੇ, ਮਹਾਦੇਵ ਜੀ ਵੀ ਪਿਤਾ ਦੀਆਂ ਖੁਸ਼ੀਆਂ ਤੋਂ ਵਾਂਝੇ ਰਹਿ ਗਏ। ਦੇਖੀ ਅਰਜਨ ਸਾਹਿਬ, ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਤੇ ਪਹਿਰਾ ਦੇਣਾ ਸਦਾ ਗੁਰੂ ਨਾਨਕ ਸਾਹਿਬ ਅੰਗ ਸੰਗ ਹੋ ਕਰਕੇ ਤੁਹਾਡੇ ਵਰਤਣਗੇ। ਇਹ ਜਿਹੜੀਆਂ ਐਸੀਆਂ ਬਖਸ਼ਿਸ਼ਾਂ ਅਸੀਂ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਮੰਗੀਆਂ ਨੇ, ਉਹ ਸਖਿਆਤ ਤੁਸੀਂ ਕਰਨੀਆਂ ਨੇ। ਭਾਵ ਕਿ ਗੁਰਤਾ ਗੱਦੀ ਦੀ ਜਿਹੜੀ ਬਖਸ਼ਿਸ਼ ਹੈ ਤੁਹਾਡੇ ਪਾਸ ਆਵੇਗੀ। ਗੁਰੂ ਰਾਮਦਾਸ ਤੁਹਾਡੇ ਪਿਤਾ ਦੀ ਬੜੀ ਤੁਹਾਡੇ ਤੇ ਪ੍ਰਸੰਨਤਾ ਹੈ। ਬੀਬੀ ਭਾਨੀ ਜੀ ਤੋਂ ਆਸ਼ੀਰਵਾਦ ਲੈ ਕਰਕੇ ਮਾਤਾ ਜੀ ਦੇ ਕੋਲੋਂ ਗੁਰੂ ਅਰਜਨ ਸਾਹਿਬ ਜੀ ਲਾਹੌਰ ਗਏ ਨੇ। ਜਾ ਕੇ ਸਹਾਰੀ ਮੱਲ ਜੀ ਦੇ ਪੁੱਤਰ ਦੀ ਸ਼ਾਦੀ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੇ ਵੱਲੋਂ ਹਾਜ਼ਰੀਆਂ ਲਗਵਾਈਆਂ। ਸੰਗਤਾਂ ਨੂੰ ਉੱਥੇ ਸਤਿਗੁਰੂ ਪਾਤਸ਼ਾਹ ਦੇ ਬਚਨ ਸੁਣਾਏ। ਅਤਿਅੰਤ ਉੱਥੇ ਜਿਹੜੀ ਪ੍ਰਸੰਨਤਾ ਸੰਗਤਾਂ ਵਿੱਚ ਉਜਾਗਰ ਹੋਈ। ਫਿਰ ਉਹ ਬਚਨ ਜਦੋਂ ਸ਼ਾਦੀ ਦਾ ਇਹ ਦਿਨ ਲੰਘ ਚੁੱਕਿਆ, ਸਮਾਂ ਬੀਤਦਾ ਗਿਆ, ਮਨ ਤੇ ਰੋਜ਼ ਕਰਦਾ ਕਿ ਕਿਉਂਕਿ ਨਿਯਮ ਬਣਿਆ ਸੀ ਰੋਜ਼ਾਨਾ ਪਿਤਾ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕਰਕੇ ਫਿਰ ਜਲ ਪਾਣੀ ਅੰਨ ਜਲ ਗੁਰੂ ਅਰਜਨ ਸਾਹਿਬ ਜੀ ਛਕਿਆ ਕਰਦੇ। ਹੁਣ ਉਹ ਬਚਨ ਯਾਦ ਕਰਦੇ ਨੇ। ਪਿਤਾ ਜੀ ਨੇ ਕਹਿ ਕੇ ਭੇਜਿਆ ਹੈ ਕਿ ਅਰਜਨ ਸਾਹਿਬ, ਜਿੰਨੀ ਦੇਰ ਬੁਲਾਵਾਂਗੇ ਨਹੀਂ ਓਨੀ ਦੇਰ ਵਾਪਸ ਨਹੀਂ ਆਉਣਾ। ਉੱਥੇ ਫਿਰ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ ਜਿੱਥੇ ਚੂਨਾ ਮੰਡੀ ਲਾਹੌਰ ਵਿਖੇ ਪ੍ਰਕਾਸ਼ ਹੋਇਆ, ਅਸਥਾਨ ਦੀਆਂ ਸੇਵਾਵਾਂ ਗੁਰੂ ਅਰਜਨ ਸਾਹਿਬ ਮਹਾਰਾਜ ਕਰਵਾਉਣ ਲੱਗ ਪਏ। ਦੀਵਾਨ ਸਜਦਾ ਉਸ ਜਗ੍ਹਾ ਤੇ, ਸੰਗਤਾਂ ਜੁੜਦੀਆਂ ਨੇ, ਗੁਰਬਾਣੀ ਸੁਣਾਉਂਦੇ ਨੇ। ਗੁਰਬਾਣੀ ਦੀ ਵਿਚਾਰ ਸੰਗਤਾਂ ਦੇ ਹਿਰਦਿਆਂ ਵਿੱਚ ਪਾ ਕੇ ਤਪਦੇ ਹਿਰਦਿਆਂ ਨੂੰ ਗੁਰੂ ਅਰਜਨ ਸਾਹਿਬ ਜੀ ਠਾਰਦੇ ਹਨ। 5 ਦਿਨ ਲੰਘੇ, 10 ਦਿਨ ਲੰਘੇ ਨੇ, ਮਹੀਨਾ ਲੰਘ ਗਿਆ। ਇਸ ਤਰ੍ਹਾਂ ਮਹੀਨਿਆਂ ਬੱਧੀ ਜਦੋਂ ਸਮਾਂ ਲੰਘਦਾ ਗਿਆ, ਰੋਜ਼ਾਨਾ ਸੰਗਤਾਂ ਤੋਂ ਪੁੱਛਦੇ ਨੇ, ਕੋਈ ਅੰਮ੍ਰਿਤਸਰ ਸਾਹਿਬ ਤੋਂ ਸੁਨੇਹਾ ਤੇ ਨਹੀਂ ਆਇਆ? ਸੰਗਤਾਂ ਕਹਿੰਦੀਆਂ ਨੇ, ਸਤਿਗੁਰੂ ਪਾਤਸ਼ਾਹ ਸਾਡੇ ਤੱਕ ਤੇ ਕੋਈ ਸੁਨੇਹਾ ਪੁੱਜਿਆ ਨਹੀਂ। ਫਿਰ ਜਦੋਂ ਬਹੁਤੀ ਬਿਹਵਲਤਾ ਵਾਲੀ ਹਾਲਤ ਹੋ ਗਈ ਵਿਛੋੜੇ ਕਰਕੇ, ਫਿਰ ਸਤਿਗੁਰੂ ਪਾਤਸ਼ਾਹ ਨੇ ਕਾਗਜ਼ ਲਿਆ। ਉਸ ਕਾਗਜ਼ ਦੇ ਉੱਪਰ ਆਪਣੇ ਕਰ ਕਮਲਾਂ ਨਾਲ ਗੁਰੂ ਅਰਜਨ ਸਾਹਿਬ ਜੀ ਨੇ ਸ਼ਬਦ ਲਿਖਿਆ ਹੈ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਇਹ ਰਹਾਉ ਤੱਕ ਬੰਦ ਸਤਿਗੁਰੂ ਪਾਤਸ਼ਾਹ ਨੇ ਲਿਖਿਆ ਤੇ ਉਸ ਵਿੱਚ ਆਪਣੀ ਵਿਛੋੜੇ ਦੀ ਜਿਹੜੀ ਹਾਲਤ ਸਤਿਗੁਰਾਂ ਨੇ ਬਿਆਨ ਕਰ ਦਿੱਤੀ। ਸਿੱਖ ਦੇ ਹੱਥ ਵਿੱਚ ਇਹ ਚਿੱਠੀ ਦੇ ਦਿੱਤੀ, ਚਲਿਆ ਜਾ ਗੁਰਸਿੱਖਾ, ਇਹ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਹਿਲਾਂ ਮੇਰੇ ਵੱਲੋਂ ਡੰਡੌਤ ਬੰਦਨਾ ਕਰਿਓ ਤੇ ਫਿਰ ਸਤਿਗੁਰੂ ਪਿਤਾ ਨੂੰ ਇਹ ਮੇਰਾ ਖਤ ਜਿਹੜਾ ਦੇ ਦੇਣਾ। ਉਹਦੇ ਉੱਤੇ ਲਿਖਿਆ ਹੈ ਚਿੱਠੀ ਨੰਬਰ 1। ਜਦੋਂ ਸਿੱਖ ਲੈ ਕਰਕੇ ਅੰਮ੍ਰਿਤਸਰ ਆਇਆ, ਗੁਰੂ ਕੇ ਮਹਿਲਾਂ ਵਿਖੇ ਦਰਵਾਜ਼ੇ ਤੇ ਬੈਠਾ ਸੀ ਬਾਬਾ ਪਿਰਥੀ ਚੰਦ। ਸਿੱਖ ਨੇ ਸੋਚਿਆ ਗੁਰੂ ਅਰਜਨ ਸਾਹਿਬ ਜੀ ਦੇ ਵੱਡੇ ਭਰਾ ਨੇ, ਗੁਰੂ ਰਾਮਦਾਸ ਜੀ ਦੇ ਜੇਠੇ ਸਾਹਿਬਜ਼ਾਦੇ ਹਨ ਤੇ ਇਹਨਾਂ ਦੀ ਆਗਿਆ ਲੈ ਕੇ ਅੰਦਰ ਜਾਵਾਂ। ਸਿੱਖ ਕਹਿੰਦਾ ਬਾਬਾ ਪਿਰਥੀ ਚੰਦ ਜੀ ਨੂੰ ਨਮਸਕਾਰ ਕੀਤੀ ਤੇ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕਰਨੇ,
ਤੇ ਗੁਰੂ ਅਰਜਨ ਸਾਹਿਬ ਜੀ ਦਾ ਆ ਸੁਨੇਹਾ ਲੈ ਕੇ ਆਇਆ ਹਾਂ। ਇਹ ਚਿੱਠੀ ਬਾਬਾ ਪਿਰਥੀ ਚੰਦ ਜੀ ਨੇ ਫੜ ਲਈ ਜਦੋਂ ਸਤਿਗੁਰੂ ਪਾਤਸ਼ਾਹ ਦੇ ਬਚਨ ਗੁਰੂ ਅਰਜਨ ਸਾਹਿਬ ਦੇ ਕਰ ਕਮਲਾਂ ਦੀ ਲਿਖੀ ਚਿੱਠੀ ਵੇਖੀ, ਸ਼ਬਦ ਪੜ੍ਹਿਆ, ਇਹਨੂੰ ਆਪਣੇ ਖੀਸੇ ਵਿੱਚ ਹੀ ਪਾ ਲਿਆ। ਅੰਦਰ ਗਿਆ, ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲ ਕੁਝ ਸਮਾਂ ਬੈਠ ਕੇ ਵਾਪਸ ਆ ਗਿਆ ਤੇ ਸਿੱਖ ਨੂੰ ਬਾਹਰੋਂ ਹੀ ਮੋੜ ਦਿੱਤਾ। ਕਹਿ ਦਿੱਤਾ, ਜਾ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਕਹਿ ਦਿਓ ਤੁਹਾਡੇ ਤੇ ਬੜੀਆਂ ਖੁਸ਼ੀਆਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੀਆਂ। ਇੱਥੇ ਜਿੰਨਾ ਚਿਰ ਤੁਹਾਨੂੰ ਬੁਲਾਵਾਂਗੇ ਨਹੀਂ, ਲਾਹੌਰ ਵਿੱਚ ਤੁਸੀਂ ਰਹਿ ਕੇ ਪ੍ਰਚਾਰ ਕਰੋ, ਸੰਗਤਾਂ ਨੂੰ ਗੁਰਬਾਣੀ ਨਾਲ ਜੋੜੋ। ਸਿੱਖ ਵਾਪਸ ਗਿਆ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਜਾ ਕਰਕੇ ਸਾਰੀ ਵਿਥਿਆ ਸੁਣਾਈ ਤਾਂ ਸਤਿਗੁਰੂ ਪਾਤਸ਼ਾਹ ਫਿਰ ਉੱਥੇ ਸ਼ਾਂਤ ਚਿੱਤ ਬੈਠੇ ਹਨ। ਕੁਝ ਦਿਨਾਂ ਦਾ ਵਕਤ ਲੰਘਦਾ ਤੇ ਫਿਰ ਅੰਦਰੋਂ ਉਛਾਲੇ ਉੱਠਦੇ ਨੇ ਪ੍ਰੇਮ ਦੇ। ਤਾਂ ਫਿਰ ਸਤਿਗੁਰੂ ਪਾਤਸ਼ਾਹ ਨੇ ਕਾਗਜ਼ ਲਿਆ ਤੇ ਦੂਸਰਾ ਜਿਹੜਾ ਬੰਦ ਹੈ ਸ਼ਬਦ ਦਾ, ਇਹ ਸਤਿਗੁਰੂ ਪਾਤਸ਼ਾਹ ਨੇ ਕਾਗਜ਼ ਦੇ ਉੱਪਰ ਲਿਖਣਾ ਕੀਤਾ, ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਧਨ ਸੋ ਦੇਸ ਜਹਾਂ ਤੂੰ ਬਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਰਹਾਉ ਤਾਕੇ ਬੰਦ ਲਿਖ ਕਰਕੇ ਕਾਗਜ਼ ਦੇ ਉੱਪਰ ਸਿੱਖ ਨੂੰ ਦੇ ਦਿੱਤਾ। ਗੁਰਸਿੱਖਾ, ਜਾ ਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਆ ਮੇਰਾ ਖਤ ਦੇ ਦਿਓ। ਸਿੱਖ ਆਇਆ, ਉਸੇ ਤਰ੍ਹਾਂ ਭਾਵਨਾ ਵਿੱਚ ਭਿੱਜੇ ਸਿੱਖ ਨੇ ਪਿਰਥੀ ਚੰਦ ਜੀ ਨੂੰ ਸਤਿਗੁਰੂ ਦੇ ਵੱਡੇ ਸਾਹਿਬਜ਼ਾਦੇ ਜਾਣ ਕੇ ਫਿਰ ਨਮਸਕਾਰ ਕੀਤੀ। ਇਹ ਖਤ ਬਾਬਾ ਪਿਰਥੀ ਚੰਦ ਨੇ ਫਿਰ ਫੜ ਲਿਆ। ਖੀਸੇ ਦੇ ਵਿੱਚ ਚਿੱਠੀ ਪਾ ਲਈ ਗੁਰੂ ਅਰਜਨ ਸਾਹਿਬ ਜੀ ਦੀ। ਅੰਦਰ ਗਿਆ ਹੈ, ਗੁਰੂ ਰਾਮਦਾਸ ਸਾਹਿਬ ਜੀ ਕੋਲ ਕੁਝ ਸਮਾਂ ਬੈਠ ਕੇ ਹੋਰ ਗੱਲਾਂ ਬਾਤਾਂ ਕਰਕੇ ਬਾਹਰ ਆ ਗਿਆ। ਸਿੱਖ ਨੂੰ ਕਹਿਣ ਲੱਗਿਆ ਕਿ ਗੁਰੂ ਰਾਮਦਾਸ ਸਾਹਿਬ ਪਿਤਾ ਦਾ ਹੁਕਮ ਹੈ ਕਿ ਅਰਜਨ ਸਾਹਿਬ ਜੀ ਉੱਥੇ ਰਹਿ ਕੇ ਸਿੱਖੀ ਦਾ ਮਹਾਨ ਪ੍ਰਚਾਰ ਕਰਨ। ਜਦੋਂ ਅਸੀਂ ਬੁਲਾਵਾਂਗੇ ਉਸ ਵੇਲੇ ਆ ਜਾਣ। ਸਾਧ ਸੰਗਤ ਜੀ, ਇਹ ਗੁਰਸਿੱਖ ਵਾਪਸ ਗਿਆ ਹੈ ਲਾਹੌਰ। ਜਾ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਸਾਰੀ ਵਿਥਿਆ ਸੁਣਾਈ ਹੈ। ਸਤਿਗੁਰੂ ਜੀ ਪੁੱਛਦੇ ਨੇ, ਗੁਰਸਿੱਖਾ, ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਤੈਨੂੰ ਸਤਿਗੁਰਾਂ ਨੇ ਕੀ ਹੁਕਮ ਕੀਤਾ ਹੈ? ਸਿੱਖ ਕਹਿੰਦਾ, ਮਹਾਰਾਜ ਮੈਂ ਤੇ ਅੰਦਰ ਗਿਆ ਹੀ ਨਹੀਂ, ਬਾਬਾ ਪਿਰਥੀ ਚੰਦ ਜੀ ਨੂੰ ਚਿੱਠੀ ਦੇ ਦਿੱਤੀ ਤੇ ਉਹਨਾਂ ਨੇ ਆ ਅੰਦਰੋਂ ਹੁਕਮ ਸਤਿਗੁਰੂ ਦਾ ਲਿਆ ਕੇ ਸੁਣਾ ਦਿੱਤਾ। ਤੀਸਰਾ ਕਾਗਜ਼ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਜੀ ਨੇ ਚੁੱਕਿਆ। ਉਸ ਦੇ ਉੱਪਰ ਗਰੀਬ ਨਵਾਜ਼ ਸਤਿਗੁਰੂ ਆਪਣੇ ਕਰ ਕਮਲਾਂ ਦੇ ਨਾਲ ਸ਼ਬਦ ਲਿਖਦੇ ਨੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ, ਮੋਹੇ ਰਹਿਣ ਨਾ ਬਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਇਹ ਰਹਾਉ ਤੱਕ ਬੰਦ ਲਿਖ ਕੇ ਇਹਦੇ ਉੱਪਰ ਚਿੱਠੀ ਨੰਬਰ 3 ਅੰਕ 3 ਪਾਇਆ ਗਿਆ। 2 ਚਿੱਠੀਆਂ ਪਹਿਲਾਂ ਆ ਗਈਆਂ। ਤੀਸਰੀ ਚਿੱਠੀ ਜਦੋਂ ਸਿੱਖ ਨੂੰ ਦੇਣ ਲੱਗੇ ਨੇ, ਕਹਿ ਦਿੱਤਾ, ਗੁਰਸਿੱਖਾ, ਨਾ ਬਾਬਾ ਪਿਰਥੀ ਚੰਦ ਜੀ ਨੂੰ ਇਹ ਚਿੱਠੀ ਦੇਣੀ, ਨਾ ਕਿਸੇ ਸੰਗਤ ਦੇ ਪ੍ਰੇਮੀ ਗੁਰਸਿੱਖ ਦੇ ਹੱਥ ਵਿੱਚ ਦੇਣੀ, ਇਹ ਸਿੱਧੀ ਜਾ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਸਨਮੁਖ ਰੱਖ ਦਿਓ। ਇਹ ਗੁਰਸਿੱਖ ਆਇਆ ਚੱਲ ਕਰਕੇ। ਇਹ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਦਰ ਤੇ ਜਦੋਂ ਪੁੱਜਿਆ, ਸਾਹਮਣੇ ਦੇਖਿਆ ਬਾਬਾ ਪਿਰਥੀ ਚੰਦ ਜੀ ਬੈਠੇ ਨੇ। ਕੁਝ ਸਮਾਂ ਉਡੀਕ ਕੀਤੀ ਤੇ ਜਦੋਂ ਬਾਬਾ ਪਿਰਥੀ ਚੰਦ ਇੱਧਰ ਉੱਧਰ ਗਏ ਨੇ ਕਿਸੇ ਸੇਵਾ ਵਿੱਚ, ਤਾਂ ਇਹ ਗੁਰਸਿੱਖ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਚਲਿਆ ਗਿਆ। ਜਾ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਵੱਲੋਂ ਡੰਡੌਤ ਬੰਦਨਾ ਕੀਤੀ ਚਰਨਾਂ ਤੇ। ਫਿਰ ਦੋਵੇਂ ਹੱਥ ਜੋੜ ਕੇ ਨਿਮਰਤਾ ਨਾਲ ਇਹ ਚਿੱਠੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਭੇਟਾ ਕਰ ਦਿੱਤੇ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਚਿੱਠੀ ਪੜ੍ਹੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ, ਇਹ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਦੇ ਲਿਖੇ ਹੋਏ ਵੇਖੇ ਨੇ। ਸਾਰੇ ਖਤ ਨੂੰ ਪੜ੍ਹਿਆ ਤੇ ਅੰਕ ਨੰਬਰ 3 ਲਿਖਿਆ। ਸਤਿਗੁਰੂ ਸਿੱਖ ਨੂੰ ਪੁੱਛਣ ਲੱਗੇ, ਗੁਰਸਿੱਖਾ, ਇਹ ਚਿੱਠੀ ਤੇ 3 ਨੰਬਰ ਪਿਆ ਹੈ, 2 ਚਿੱਠੀਆਂ ਪਹਿਲਾਂ ਵੀ ਆਈਆਂ ਹੋਣਗੀਆਂ। ਸਿੱਖ ਕਹਿੰਦਾ, ਮਹਾਰਾਜ 2 ਚਿੱਠੀਆਂ ਮੈਂ ਲੈ ਕੇ ਆਇਆ, ਉਹ ਕਿੱਥੇ ਨੇ?
ਹੱਥ ਜੋੜ ਕੇ ਬੇਨਤੀ ਕਰਦਾ, ਮਹਾਰਾਜ ਆਪ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਪਿਰਥੀ ਚੰਦ ਜੀ ਨੇ ਫੜ ਲਈਆਂ ਸਨ, ਉਹ ਆਪ ਜੀ ਨੂੰ ਪੜ੍ਹਾ ਕੇ ਗਏ ਨੇ। ਸਤਿਗੁਰਾਂ ਨੇ ਪਿਰਥੀ ਚੰਦ ਜੀ ਨੂੰ ਕੋਲ ਬੁਲਾਇਆ। ਪੁੱਤਰ ਅਰਜਨ ਸਾਹਿਬ ਦੇ ਖਾਤ ਆਏ ਸੀ, ਚਿੱਠੀਆਂ ਆਈਆਂ ਸੀ ਲਾਹੌਰ ਤੋਂ, ਉਹ ਕਿੱਥੇ ਨੇ? ਉਸ ਵੇਲੇ ਕ੍ਰੋਧ ਦੇ ਵਿੱਚ ਲਾਲ ਹੋ ਕਰਕੇ ਪਿਰਥੀ ਚੰਦ ਜੀ ਨੇ ਕੀ ਕਿਹਾ? ਕਹਿੰਦਾ 4 ਉਂਗਲ ਦੇ ਕਾਗਜ਼ ਦੀਆਂ ਕੀ ਮੈਂ ਗੁੱਡੀਆਂ ਪਤੰਗ ਬਣਾ ਕੇ ਆਕਾਸ਼ ਵਿੱਚ ਉਡਾਉਣੇ ਸੀ, ਮੇਰੇ ਕੋਲ ਕਿੱਥੇ ਨੇ? ਮੁੱਕਰ ਗਿਆ ਸਤਿਗੁਰਾਂ ਦੇ ਪਿਤਾ ਜੀ ਦੇ ਸਨਮੁਖ। ਅੰਤਰਜਾਮੀ ਗੁਰੂ ਰਾਮਦਾਸ ਸਾਹਿਬ ਜੀ ਚੁੱਪ ਰਹੇ। ਜਾਣਦੇ ਨੇ ਕੁਟਲਤਾਈ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ ਨੇ ਸਤਿਗੁਰੂ ਜੀ। ਤੇ ਸਾਡੇ ਵਰਗੇ ਸਿੱਖਾਂ ਦੇ ਭੁਲੇਖੇ ਵੀ ਦੂਰ ਕਰਨੇ ਨੇ। ਪਿਰਥੀ ਚੰਦ ਨੂੰ ਕੋਲ ਬਿਠਾ ਲਿਆ ਪਿਆਰ ਦੇ ਨਾਲ। ਦੂਸਰੇ ਸਿੱਖ ਦੇ ਕੰਨ ਵਿੱਚ ਸਤਿਗੁਰਾਂ ਨੇ ਕਿਹਾ, ਗੁਰਸਿੱਖਾ ਚਲਿਆ ਜਾ ਪਿਰਥੀ ਚੰਦ ਦੇ ਕਮਰੇ ਵਿੱਚ, ਫਲਾਨੀ ਜਗ੍ਹਾ ਤੇ ਇਹਦਾ ਚੋਲਾ ਲਮਕਦਾ, ਉਹਦੇ ਵਿੱਚੋਂ 2 ਖੱਤ ਕੱਢ ਕੇ ਲਿਆ। ਜਦੋਂ ਚਿੱਠੀਆਂ ਲਿਆਂਦੀਆਂ ਗਈਆਂ, ਪਿਰਥੀ ਚੰਦ ਸ਼ਰਮਸ਼ਾਰ ਹੋ ਗਿਆ, ਨੀਵੀਂ ਪੈ ਗਈ। ਪਿਤਾ ਗੁਰੂ ਰਾਮਦਾਸ ਸਾਹਿਬ ਦੇ ਸਾਹਮਣੇ ਨੇਤਰ ਚੁੱਕ ਕੇ ਕਿਵੇਂ ਵੇਖਣਾ ਕਰੇ। ਉੱਥੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਹਾ, ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਕੁਝ ਸਿੱਖਾਂ ਨੂੰ ਨਾਲ ਲੈ ਕੇ ਜਾਓ ਲਾਹੌਰ ਨੂੰ, ਸਤਿਕਾਰ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਤੋਂ ਲੈ ਕੇ ਆਓ। ਧੰਨ ਬਾਬਾ ਬੁੱਢਾ ਸਾਹਿਬ ਜੀ ਆਪ ਗਏ ਨੇ ਲਾਹੌਰ, ਤੇ ਉਥੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਸਿੱਖ ਪਿਆਰ ਸਤਿਕਾਰ ਦੇ ਨਾਲ ਸੰਗਤਾਂ ਬੜਾ ਆਦਬ ਦੇ ਕਰਕੇ ਲੈ ਕੇ ਅੰਮ੍ਰਿਤਸਰ ਪੁੱਜੀਆਂ ਨੇ। ਜਦੋਂ ਇੱਥੇ ਆਏ ਹਨ ਤਾਂ ਸਤਿਗੁਰੂ ਪਾਤਸ਼ਾਹ ਨੇ ਫਿਰ ਇੱਥੇ ਆਉਂਦਿਆਂ ਸਾਰ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਤੇ ਲਿਪਟ ਗਏ। ਸਤਿਗੁਰੂ ਪਿਤਾ ਦੇ ਜੋ ਚਰਨ ਹਨ, ਹੰਝੂਆਂ ਦੇ ਨਾਲ ਸਤਿਗੁਰਾਂ ਨੇ ਧੋ ਦਿੱਤੇ ਹਨ। ਫਿਰ ਉੱਥੇ ਸਨਮੁਖ ਹੋ ਕਰਕੇ ਸ਼ਬਦ ਉਚਾਰਨ ਕੀਤਾ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਇਹ ਚੌਥਾ ਜਿਹੜਾ ਬੰਦ ਰਹਾਓ, ਤਾਂ ਕਿ ਇਹ ਇੱਥੇ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਗੁਰੂ ਕੇ ਮਹਿਲਾਂ ਵਿੱਚ ਪਿਤਾ ਜੀ ਦੇ ਸਨਮੁਖ ਉਚਾਰਿਆ। ਉੱਥੇ ਫਿਰ ਗਲਵੱਕੜੀ ਵਿੱਚ ਲੈ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਪਿਆਰ ਦਿੱਤਾ। ਤੇ ਬਾਬਾ ਬੁੱਢਾ ਸਾਹਿਬ ਜੀ ਹੋਰ ਬੇਅੰਤ ਗੁਰਸਿੱਖ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕੋਲ ਹਨ। ਕਿਹਾ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਕੇਸੀ ਇਸ਼ਨਾਨ ਕਰਵਾਓ। ਕੇਸੀ ਇਸ਼ਨਾਨ ਕਰਵਾਇਆ ਗਿਆ। ਸਵੱਛ ਉਜਲੇ ਬਸਤਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਧਾਰਨ ਕੀਤੇ ਨੇ। ਫਿਰ ਤਖਤ ਦੇ ਉੱਪਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਬਿਠਾਇਆ। 1638 ਬਿਕਰਮੀ ਤੇ ਭਾਦਰੋਂ ਸੁਦੀ ਦੂਜ, ਜਿਹੜਾ ਅੱਜ ਦਾ ਇਹ ਸ਼ੁਭ ਦਿਹਾੜਾ ਹੈ, ਅੱਜ ਦੇ ਦਿਹਾੜੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਤਖਤ ਤੇ ਸੁਭਾਏਮਾਨ ਕਰਕੇ ਤੇ ਸਾਰੀ ਜਿਹੜੀ ਮਰਜ਼ਾਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਚੱਲੀ ਆਉਂਦੀ ਸੀ। ਇੱਕ ਥਾਲ ਲਿਆ, ਥਾਲ ਦੇ ਵਿੱਚ ਨਾਰੀਅਲ ਰੱਖਿਆ ਗਿਆ। 5 ਪੈਸੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਨਮੁਖ ਗੁਰੂ ਰਾਮਦਾਸ ਸਾਹਿਬ ਜੀ ਨੇ ਥਾਲ ਵਿੱਚ ਰੱਖੇ ਨੇ। ਤੇ 3 ਜਿਹੜੀਆਂ ਪ੍ਰਕਰਮਾਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਅਰਜਨ ਸਾਹਿਬ ਜੀ ਦੀਆਂ ਕੀਤੀਆਂ ਨੇ। 3 ਪ੍ਰਕਰਮਾਂ ਹੋਣ ਤੋਂ ਬਾਅਦ ਫਿਰ ਚਰਨਾਂ ਤੇ ਮੱਥਾ ਟੇਕ ਦਿੱਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਦਿੱਤਾ, ਬਾਬਾ ਜੀ ਮਰਿਆਦਾ ਕਰੋ ਸੰਪੂਰਨ। ਉਸ ਵੇਲੇ ਚੰਦਨ ਤੇ ਕੇਸਰ ਦਾ ਜਿਹੜਾ ਤਿਲਕ ਹੈ, ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਅਛਤ ਸਤਿਗੁਰਾਂ ਦੀ ਹਜ਼ੂਰੀ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਸਤਕ ਤੇ ਲਾ ਦਿੱਤਾ। ਇੱਥੋਂ ਅੱਜ ਦੇ ਹੀ ਸ਼ਾਮਾਂ ਨੂੰ ਇਹ ਸਾਰੀ ਮਰਜ਼ਾਦਾ ਪੂਰਨ ਕਰਕੇ ਤੇ ਜਦੋਂ ਪਿਰਥੀ ਚੰਦ ਨੂੰ ਪਤਾ ਲੱਗਿਆ ਵੀ ਆਹ ਕੀ ਸਤਿਗੁਰਾਂ ਨੇ ਕਰ ਦਿੱਤਾ, ਮੈਂ ਵੱਡਾ ਪੁੱਤਰ ਸੀ, ਮੇਰਾ ਹੱਕ ਸੀ ਗੁਰਤਾ ਗੱਦੀ ਤੇ ਜ਼ਮੀਨ ਜਾਇਦਾਦ ਸਾਰੀ ਮੇਰੇ ਵੱਸ ਹੋਣੀ ਚਾਹੀਦੀ ਸੀ, ਈਰਖਾ ਦੇ ਸ਼ਬਦ ਉਦੋਂ ਹੀ ਬੋਲਣ ਲੱਗ ਪਿਆ। ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਜਾਣ ਕੇ ਸ਼ਾਮਾਂ ਨੂੰ ਅੱਜ ਤੋਂ ਗੁਰੂ ਰਾਮਦਾਸ ਸਾਹਿਬ ਮਹਾਰਾਜ
ਗੁਰੂ ਕੇ ਮਹਿਲਾਂ ਨੂੰ ਛੱਡ ਕੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਤੁਰੇ ਨੇ। ਉੱਥੇ ਜਾ ਕਰਕੇ ਸਤਿਗੁਰਾਂ ਨੇ ਪੰਜ ਭੌਤਿਕ ਜਿਹੜਾ ਆਪਣਾ ਤਨ ਹੈ ਇਹ ਸ਼ਾਂਤ ਕਰਨ ਦਾ ਸਾਰਾ ਜਿਹੜਾ ਸਮਾਂ ਨੇੜੇ ਜਾਣਿਆ, ਤੇ ਉੱਥੇ ਫਿਰ ਸਤਿਗੁਰਾਂ ਨੇ ਪੰਜ ਭੌਤਿਕ ਸਰੀਰ ਗੁਰੂ ਰਾਮਦਾਸ ਸਾਹਿਬ ਜੀ ਨੇ ਤਿਆਗਿਆ। ਪਿਰਥੀ ਚੰਦ ਨੇ ਇੱਥੋਂ ਹੀ ਈਰਖਾ ਸ਼ੁਰੂ ਕਰ ਦਿੱਤੀ। ਅੱਜ ਦੇ ਦਿਨ ਤੋਂ ਜਦੋਂ ਸਤਿਗੁਰੂ ਪਾਤਸ਼ਾਹ ਦੀ ਅੰਤਮ ਕਿਰਿਆ ਸਾਰੀ ਗੁਰਮਰਜ਼ਾਦਾ ਦੇ ਅਨੁਸਾਰ ਸੰਪੰਨ ਹੋਈ, ਜਿਸ ਨੂੰ ਅੱਜ ਅਸੀਂ ਖਾਲਸਾ ਦੁਸਹਿਰਾ ਕਹਿੰਦਾ ਹੈ, ਭੋਗ ਪਾਏ ਗਏ ਹਨ, ਤਾਂ ਉਸ ਵੇਲੇ ਸਾਧ ਸੰਗਤ ਜੀ ਫਿਰ ਦਸਤਾਰਾਂ ਸੰਗਤਾਂ ਲੈ ਕੇ ਆਈਆਂ ਨੇ। ਦੋ ਦਸਤਾਰਾਂ ਆਈਆਂ ਸੀ। ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਲਖਮੀ ਦਾਸ ਜੀ, ਇਹ ਵੀ ਜਿਹੜੀ ਗੁਰੂ ਨਾਨਕ ਦੇ ਦਰ ਤੋਂ ਦੋ ਦਸਤਾਰਾਂ ਆਈਆਂ। ਬਾਬਾ ਦਾਤੂ ਤੇ ਦਾਸੂ ਦੇ ਘਰ ਵੱਲੋਂ ਗੁਰੂ ਅਰਜਨ ਦੇਵ ਸਾਹਿਬ ਗੁਰੂ ਰਾਮਦਾਸ ਦੇ ਘਰ ਵਾਸਤੇ ਦੋ ਦਸਤਾਰਾਂ ਆਈਆਂ ਨੇ। ਗੋਇੰਦਵਾਲ ਸਾਹਿਬ ਤੋਂ ਦੋ ਦਸਤਾਰਾਂ ਗੁਰੂ ਅਮਰਦਾਸ ਜੀ ਦੀ ਅੰਸ਼ ਵੰਸ਼ ਵੱਲੋਂ ਆਈਆਂ। ਉਹ ਕਾਹਦੇ ਵਾਸਤੇ ਸਨ? ਬਾਬਾ ਪਿਰਥੀ ਚੰਦ ਨੂੰ ਵੱਡਾ ਜਾਣ ਕੇ ਘਰ ਦੀ ਜਿਹੜੀ ਪਰਿਵਾਰ ਦੀ ਜ਼ਿੰਮੇਵਾਰੀ ਦੀ ਦਸਤਾਰ ਦਿੱਤੀ ਗਈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਗੁਰੂ ਰਾਮਦਾਸ ਪਿਤਾ ਜੀ ਦੀ ਜ਼ਿੰਮੇਵਾਰੀ ਗੁਰਤਾ ਗੱਦੀ ਦੀ ਦਸਤਾਰ ਦਿੱਤੀ ਗਈ ਹੈ। ਜਦੋਂ ਇਹ ਦੋ ਦਸਤਾਰਾਂ ਆਈਆਂ ਨੇ, ਪਿਰਥੀ ਚੰਦ ਦੇ ਸਿਰ ਦੇ ਉੱਤੇ ਪਰਿਵਾਰ ਦੀ ਜ਼ਿੰਮੇ ਦੀ ਦਸਤਾਰ ਜਿਹੜੀ ਹੈ ਬੰਨੀ ਗਈ ਸੰਗਤਾਂ ਵੱਲੋਂ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦੋਵੇਂ ਹੱਥ ਜੋੜ ਕਰਕੇ ਗੁਰਤਾ ਗੱਦੀ ਦੀਆਂ ਦਸਤਾਰਾਂ ਕਰ ਕਮਲਾਂ ਵਿੱਚ ਪਕੜੀਆਂ ਨੇ। ਉੱਥੇ ਕੀ ਹੋਇਆ ਸੀ? ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਿਰਥੀ ਚੰਦ ਨੇ ਝਪਟ ਮਾਰ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕਰ ਕਮਲਾਂ ਚੋਂ ਦਸਤਾਰ ਖੋਹ ਲਈ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਫਿਰ ਖੜੇ ਹੋ ਕੇ ਬਚਨ ਕਹੇ ਸਨ, ਕਹਿੰਦੇ ਗੁਰਤਾ ਗੱਦੀ ਦੀ ਜਿਹੜੀ ਦਸਤਾਰ ਹੈ ਤੇ ਇਹ ਗੁਰੂ ਅਰਜਨ ਦੇਵ ਸਾਹਿਬ ਨੂੰ ਪ੍ਰਾਪਤ ਸੰਗਤਾਂ ਦਾ ਪਿਆਰ ਇਹ ਲੈ ਗਏ, ਤੇ ਮਰਨੇ ਦੀ ਪੱਗ ਜਿਹੜੀ ਪਿਰਥੀ ਚੰਦ ਲੈ ਗਿਆ। ਉੱਥੇ ਸਾਧ ਸੰਗਤ ਜੀ ਸਤਿਗੁਰਾਂ ਦੇ ਸਾਹਿਬਜ਼ਾਦੇ, ਵੱਡੇ ਸਤਿਗੁਰਾਂ ਦੀ ਅੰਸ਼ ਵੰਸ਼ ਪਰਿਵਾਰਾਂ ਨੇ ਬਹੁਤ ਚੰਗੀ ਤਰ੍ਹਾਂ ਸਮਝਾਇਆ। ਬਾਬਾ ਮਿਹਰ ਚੰਦ, ਮਾਣਕ ਚੰਦ, ਇਹ ਗੁਰੂ ਨਾਨਕ ਸਾਹਿਬ ਜੀ ਦੇ ਪੋਤਰੇ ਸਨ। ਇਹ ਵੀ ਆਏ ਸੀ। ਉੱਥੇ ਕਹਿਣ ਲੱਗੇ ਪਿਰਥੀ ਚੰਦ ਨੂੰ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅੰਮ੍ਰਿਤਸਰ ਚਲੇ ਜਾਣਾ, ਉੱਥੇ ਜਾ ਕਰਕੇ ਪਿਤਾ ਗੁਰੂ ਰਾਮਦਾਸ ਸਾਹਿਬ ਦੇ ਸਥਾਨਾਂ ਦੀਆਂ ਸੇਵਾਵਾਂ ਕਰਵਾਉਣੀਆਂ ਨੇ, ਤੁਸੀਂ ਉੱਥੇ ਜਾਣਾ, ਜੀ ਸਦਕੇ ਜਾਇਓ ਅੰਮ੍ਰਿਤਸਰ, ਤੇ ਗੁਰੂ ਅਰਜਨ ਸਾਹਿਬ ਦੇ ਨਾਲ ਵੈਰ ਨਾ ਵੱਢਿਓ, ਈਰਖਾ ਨਾ ਕਰਿਓ ਮਨ ਕਰਕੇ। ਪਰੰਤੂ ਪਿਰਥੀ ਚੰਦ ਕਦੋਂ ਟਲਿਆ? ਕਹਿੰਦਾ ਜਿੱਥੇ ਅਰਜਨ ਸਾਹਿਬ ਜਾਵੇਗਾ, ਅਰਜਨ ਸ਼ਬਦ ਹੀ ਵਰਤਦਾ ਸੀ, ਉੱਥੇ ਮੈਂ ਸਾਰਾ ਪਰਿਵਾਰ ਲੈ ਕੇ ਪਹੁੰਚਾਂਗਾ। ਇਸ ਤਰ੍ਹਾਂ ਹੀ ਕਰਦਾ ਰਿਹਾ। ਇਸ ਲਈ ਸਾਧ ਸੰਗਤ ਜੀ ਬੜਾ ਲੰਬਾ ਇਤਿਹਾਸ ਹੈ। ਅੱਜ ਦੇ ਪਾਵਨ ਪਵਿੱਤਰ ਦਿਹਾੜੇ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਤਖਤ ਦੇ ਉੱਪਰ ਆਪਣੇ ਕਰ ਕਮਲਾਂ ਨਾਲ ਆਪ ਗੁਰੂ ਰਾਮਦਾਸ ਸਾਹਿਬ ਜੀ ਨੇ ਇੱਥੇ ਗੁਰੂ ਕੇ ਮਹਿਲਾਂ ਦੇ ਅੰਦਰ ਸੁਭਾਏਮਾਨ ਕੀਤਾ। ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸ਼੍ਰੀ ਗੁਰੂ